नमस्कार, मैं हूं दीपांशी पुहाल और आप मेरे साथ देख रहे हैं उदय न्यूज लाइव। आइए खबरों का सिलसिला शुरू करते हैं कुछ खास खबरों के साथ। केंद्र सरकार की खेती कानूनों के खिलाफ आज मानसा में औरतों ने अनोखे ढंग से विरोध प्रदर्शन किया, जिसमें उन्होंने मातम मनाने के अंदाज में मोदी सरकार को जमकर कोसा और छाती पीट स्यापा किया। केंद्र सरकार द्वारा पास की गई खेती कानूनों का विरोध लगातार बढ़ता जा रहा है। किसानों की ओर से केंद्र सरकार के खिलाफ धरने प्रदर्शन किए जा रहे हैं। वहीं मानसा में औरतों ने केंद्र सरकार के खिलाफ अनोखे तरीके से प्रदर्शन करते हुए केंद्र सरकार का पेट स्यापा किया। ਪਹਿਲਾਂ ਤਾਂ ਸਾਰੇ ਪੰਜਾਬ ਨੂੰ ਲੋਕਾਂ ਨੂੰ ਲਾ ਲਓ ਅੰਦਰ ਵਾੜਤਾ। ਹੁਣ ਇਹ ਕਾਲੇ ਕਾਨੂੰਨ ਅੰਦਰੇ ਅੰਦਰ ਪਾਸ ਕਰਕੇ ਇਹਨਾਂ ਨੇ ਦਿੱਲੀ ਦੇ ਵਿੱਚ ਬੈਠ ਕੇ ਲੋਕਾਂ ਨੂੰ ਹੁਣ ਸੜਕਾਂ ਤੇ ਕੱਢ ਲੈਂਦਾ। ਇਹ ਸਰਕਾਰ ਦੀਆਂ ਸਾਰੀਆਂ ਚਾਲਾਂ ਸੀਗੀਆਂ ਜੀ। ਅਸੀਂ ਤਾਂ ਇਹੀ ਕਹਿੰਦੇ ਜਿਹੜੇ ਕਾਲੇ ਕਾਨੂੰਨ ਕੀਤੇ ਹੈਗੇ ਸਰਕਾਰ ਨੇ ਅੰਦਰੇ ਅੰਦਰ ਮੋਦੀ ਨੇ ਬਣਾਏ ਆ ਵੀ ਆਪਦੇ ਵਾਪਸ ਲੈ ਲੈਣ। ਜਿੰਨਾ ਚਿਰ ਵਾਪਸ ਨਹੀਂ ਲੈਂਦੇ ਉਹਨਾਂ ਚਿਰ ਸੜਕਾਂ ਦੇ ਉੱਤੋਂ ਸਾਡੇ ਵੀਰ ਸਾਡੀਆਂ ਭੈਣਾਂ ਇਕੱਠੀਆਂ ਹੋ ਕੇ ਇਕਜੁੱਟ ਹੋ ਕੇ ਇੱਥੇ ਮੋਰਚਾ ਲਾਉਣਗੇ ਤੇ ਆਪਦਾ ਹੱਕ ਲੈ ਕੇ ਰਹਿਣਗੇ। सरकार का तो पंजाब सरकार का पिट स्यापा इस लिए किया गया है क्योंकि करोना की आड़ को लेके पहला लोगों खुड्डियां दे विच बंद करता मोदी सरकार ने। उस तो बाद जोड़े आपदे एडीनेस ने वो जारी करके जो कानून लिया उन्होंने एक कानून बनाता, वो काला कानून बनाता। इस करके हुण पंजाब दे बच्चे नूं हरेक मेरियां मावां भैणां नूं औरतां नूं सारिआं नूं पता लग चुका है कि 73 साल हो गए इन्हां नूं वोटां पाउंदे नूं। वोटां ने तो सानूं कुछ नहीं मिलिया, सानूं आपदे एके दी लोड़ है। जिहड़ी साडी नौजवान पीढ़ी थी ਪਹਿਲਾਂ ਉਹ ਗਾਇਕਾਂ ਵਾਂਗਰ ਤੇ ਵੋਟਾਂ ਵਾਲੇ ਵਾਂਗਰ ਤੁਰੀ ਫਿਰਦੀ ਸੀ, ਹੁਣ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਜਿਹੜੀ ਸਾਡੀ ਕਿਸਾਨੀ ਹੈ ਖੁੱਸ ਚੱਲੀ ਹੈ, ਜ਼ਮੀਨਾਂ ਸਾਥੋਂ ਖੋਈਆਂ ਜਾਣੀਆਂ, ਬਿਜਲੀ ਬੋਰਡ ਵੇਚਿਆ ਜਾ ਰਿਹਾ, ਸਕੂਲ ਵੇਚੇ ਜਾ ਰਹੇ ਨੇ, ਹਸਪਤਾਲ ਵੇਚੇ ਜਾ ਰਹੇ ਨੇ। ਪਰ ਜਿਹੜਾ ਇੱਥੋਂ ਦੀਆਂ ਸਰਕਾਰਾਂ ਕਰੋਨਾ ਕਰਦੀਆਂ, ਇਹ ਨੌਜਵਾਨ ਪੀੜ੍ਹੀ ਨੇ ਤੇ ਸਾਰਿਆਂ ਨੇ ਸੋਚ ਲਿਆ ਵੀ ਭੁੱਖੇ ਮਰਨੋਂ, ਗਲਾਂ 'ਚ ਫਾਹੇ ਪਾਉਣੋਂ, ਜਵਾਕਾਂ ਨੂੰ ਮਾਰਨੋਂ, ਆਪ ਸਰਫਾਂਸ ਖਾਉਣੋਂ ਸਾਨੂੰ ਕਰੋਨਾ ਨਾਲ ਹੀ ਮਰਿਆ ਚੰਗਾ ਹੈ। ਇਸ ਕਰਕੇ ਹੁਣ ਵੱਡੀ ਗਿਣਤੀ ਦੇ ਵਿੱਚ 1 ਤਰੀਕ ਤੋਂ ਲੈ ਕੇ ਲੋਕ ਮੈਦਾਨ ਦੇ ਵਿੱਚ ਉਤਰੇ ਹੋਏ ਨੇ। ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦੇ ਇਕੱਠ ਹੁੰਦੇ ਨੇ, ਔਰਤਾਂ ਦੇ ਇਕੱਠ ਹੁੰਦੇ ਨੇ ਤੇ ਕਿਸਾਨਾਂ ਦੇ ਇਕੱਠ ਹੁੰਦੇ ਨੇ। ਪਹਿਲਾਂ 8 ਦਿਨ ਬਾਦਲ ਪਰਿਵਾਰ ਦੇ ਪਿੰਡ ਜਾ ਕੇ ਲੋਕਾਂ ਨੇ ਉੱਥੇ ਸੱਥਰ ਵਿਛਾਇਆ, ਉਹਨਾਂ ਦਾ ਪਿੱਟ ਸਿਆਪਾ ਕਰਿਆ। ਉਧਰੋਂ ਪਟਿਆਲੇ ਦੇ ਵਿੱਚ ਕੈਪਟਨ ਦੇ ਵਾਰ ਕੇ ਮੋਤੀ ਮਹਿਲ ਮੂਹਰੇ ਵੀ ਸੱਥਰ ਵਿਛਾਇਆ ਸੀ। 8 ਦਿਨਾਂ ਬਾਅਦ ਹੁਣ ਜੋ ਸੂਬੇ ਦੀ ਟੀਮ ਦਾ ਫੈਸਲਾ ਆਇਆ ਤਾਂ ਜਿਹੜੇ ਮੋਦੀ ਦੀ ਸਰਕਾਰ ਦਾ ਕੋਈ ਵੀ MLA MP ਆ, ਬੇਸ਼ੱਕ ਉਹ ਪ੍ਰਧਾਨ ਹੈ, ਉਹਨਾਂ ਦੇ ਘਰਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ। ਉਦੋਂ ਪਹਿਲਾਂ ਰੇਲਾਂ ਰੋਕੀਆਂ ਜਾ ਰਹੀਆਂ। ਜਿਵੇਂ ਹੁਣ ਅਸੀਂ ਮਾਤਾ ਜੀ ਨੂੰ ਮਤਲਬ ਮਾਮਜਾ ਦਿਵਾਉਣ ਦੇ ਲਈ DC ਦਫ਼ਤਰ ਦੇ ਵਿੱਚ ਘਿਰਾਓ ਕੀਤਾ ਹੋਇਆ, ਉਧਰੋਂ DC ਦਾ ਰਿਹਾਸੀ ਘਿਰਾਓ ਕੀਤਾ ਹੋਇਆ, ਕਿਉਂਕਿ ਇੱਥੋਂ ਦਾ ਇੱਕ ਜ਼ਿੰਮੇਵਾਰ ਅਫਸਰ ਹੈ, ਗੈਸਟ ਅਫਸਰ ਹੈ, ਉਹ ਹੁਣ ਲੁਕਿਆ ਫਿਰਦਾ ਹੈ। ਉਹ ਗੱਲ ਸੁਣ ਆਪਦੀ ਡਿਊਟੀ ਤੇ ਆ ਕੇ ਕਿਉਂ ਨਹੀਂ ਬਹਿੰਦਾ? ਉਹਨੂੰ ਇਹ ਪਤਾ ਹੈ ਜਦੋਂ ਚੰਡੀਗੜ੍ਹ ਦੇ ਵਿੱਚ ਸਾਡੇ 2 ਕਿਸਾਨ ਸ਼ਹੀਦ ਹੋਏ ਸੀ, ਇਹੀ ਕੈਪਟਨ ਦੀ ਸਰਕਾਰ ਸੀ, ਇੱਥੋਂ ਦੀ DC ਤੇ ਇੱਥੋਂ ਦੀ ਕੁਰਸੀ ਸੀ। ਉਦੋਂ ਅਸੀਂ 7 ਦਿਨਾਂ ਦੇ ਵਿੱਚ ਧਰਨਾ ਲਾਇਆ। 7 ਦਿਨ ਜਦੋਂ ਸਾਡੀ ਨਾ ਸੁਣੀ ਤਾਂ ਇੱਥੋਂ ਦੇ SSP ਨੂੰ ਤੇ DC ਨੂੰ ਅਸੀਂ ਰਾਤ ਦੇ 12 ਵਜੇ ਤੱਕ ਘੇਰਿਆ ਸੀ। 10 ਲੱਖ ਰੁਪਏ ਦਾ ਮਾਮਲਾ ਲਿਆ ਸੀ, ਕਰਜ਼ਾ ਜਿਹੜਾ ਮਾਫ ਕਰਾਇਆ ਸੀ, ਨੌਕਰੀ ਦੀ ਸਿਫਾਰਿਸ਼ ਕੀਤੀ ਸੀ, ਉਹੀ ਹੁਣ ਅਸੀਂ ਮੰਗ ਕਰਦੇ ਹਾਂ ਤੇ ਲੈ ਕੇ ਰਹਾਂਗੇ। ਕਾਲਾ ਡਬਲਾ ਢੋਇਓ ਨਾ ਮੋਦੀ ਮਰਿਆ ਰੋਇਓ ਨਾ, ਕਾਲਾ ਡਬਲਾ ਢੋਇਓ ਨਾ ਮੋਦੀ ਮਰਿਆ ਰੋਇਓ ਨਾ, ਕਾਲਾ ਡਬਲਾ ਢੋਇਓ ਨਾ ਮੋਦੀ ਮਰਿਆ ਰੋਇਓ ਨਾ, ਕਾਲਾ ਡਬਲਾ ਢੋਇਓ ਨਾ ਮੋਦੀ ਮਰਿਆ ਰੋਇਓ ਨਾ। ਯਾਰ ਦੀ ਜਾਂ ਪਾਰ ਦੀ ਢੱਕਣੀ ਮੋਦੀ ਸਰਕਾਰ ਦੀ, ਯਾਰ ਦੀ ਜਾਂ ਪਾਰ ਦੀ ਢੱਕਣੀ ਮੋਦੀ ਸਰਕਾਰ ਦੀ। ਯਾਦ ਕਰਾਵਾਂਗੇ ਸਾਰੇ ਧਰਨੇ ਲਾਵਾਂਗੇ, ਮੋਦੀ ਦੀ ਯਾਦ ਕਰਾਵਾਂਗੇ ਸਾਰੇ ਧਰਨੇ ਲਾਵਾਂਗੇ, ਮੋਦੀ ਦੀ ਯਾਦ ਕਰਾਵਾਂਗੇ। ਨਾਲੇ ਮਾਝੇ ਤੇਰੀ ਤਾਈ ਤੂੰ ਮਾਝੇ ਮੋਦੀਆ ਵੇ ਸਾਰੀ ਦੁਨੀਆ ਤੜਪਾਈ, ਤੂੰ ਮਾਝੇ ਮੋਦੀਆ ਵੇ ਸਾਰੀ ਸੰਗਤ ਪਾਈ, ਤੈ ਸਾਡੇ ਨਾਲ ਪੂਰੀ ਕਰਦੀ ਵੇ ਮੋਦੀਆ ਨਾਲ ਤੇ ਸਾਡੇ ਨਾਲ ਨਾ ਪਾਈ, ਤੂੰ ਮਾਝੇ ਮੋਦੀਆ ਵੇ ਸਾਡੀ ਕਦਰ ਨਾ ਪਾਈ, ਤੂੰ ਮਾਝੇ ਮੋਦੀਆ ਵੇ ਸਾਰੀਆਂ ਭੈਣਾਂ ਤੜਪਾਈਆਂ, ਤੂੰ ਮਾਝੇ ਮੋਦੀਆ ਵੇ ਸਾਰੀਆਂ ਭੈਣਾਂ ਤੜਪਾਈਆਂ। ਆਏ ਵੇ ਸਾਡਾ ਫਸਲਾਂ ਦਾ ਸਾਂਭਣ ਦਾ ਹੁਣ ਵੇਲਾ ਸੀ ਡੀਸਗਾ।
ਵਿੱਚ ਚਿੱਟੇ ਹੋਏ ਪਏ ਨੇ ਮੋਤੀਆ ਅਸੀਂ ਤੈਨੂੰ ਬਹਿ ਕੇ ਸੜਕਾਂ ਤੇ ਰੋਨੇ ਆ ਮੋਤੀਆ ਵੇ ਤੂੰ ਸਾਡੇ ਬੋਲਾਂ ਨੂੰ ਸੁਣ ਲਈ ਮੋਤੀਆ ਤੇ ਆਪਦੇ ਕਾਲੇ ਕਾਨੂੰਨ ਵਾਪਸ ਲੈ ਲਈ ਮੋਤੀਆ ਹਾਏ ਬੂਵੇ ਅਸੀਂ ਤਾਂ ਹੁਣ ਸਾਰੇ ਇਕੱਠੇ ਹੋ ਗਏ ਮੋਤੀਆ ਹੁਣ ਸਾਡਾ ਏਕਾ ਤੈਨੂੰ ਕੁਰਸੀ ਤੋਂ ਲਾ ਦੂ ਮੋਤੀਆ ਹੁਣ ਸਾਨੂੰ ਰਲ ਮਿਲ ਕੇ ਤੈਨੂੰ ਦਿੱਲੀ ਚੋਂ ਖਿੱਚਣਾ ਪਊਗਾ ਮੋਤੀਆ ਤੇ ਅਸੀਂ ਪੰਜ ਦਰਿਆਵਾਂ ਦੇ ਰਹਿਣ ਵਾਲੇ ਸੀ ਮੋਤੀਆ ਤੂੰ ਸਾਨੂੰ ਬਸਦਿਆਂ ਨੂੰ ਕੀ ਭਾਜੜਾ ਪਾਤੀਆਂ ਮੋਤੀਆ ਤੇ ਤੂੰ ਸਾਨੂੰ ਟਿਫਨ ਫੜਾਉਣਾ ਚਾਹੁੰਦਾ ਮੋਤੀਆ ਪਰ ਤੂੰ ਸਾਥੋਂ ਹੁਣ ਬਚ ਕੇ ਨਹੀਂ ਨਿਕਲਣਾ ਮੋਤੀਆ ਹੁਣ ਸਾਡੇ ਭੈਣ ਭਾਈਆਂ ਦਾ ਹੋ ਗਿਆ ਇੱਕ ਵੇ ਮੋਤੀਆ ਹੁਣ ਤੂੰ ਸਾਡੀ ਵੀ ਸੁਣ ਲਾ ਮਾਨਸਾ ਜ਼ਿਲ੍ਹੇ ਦਾ ਵੇੜੀ ਸੀਗਾ ਸਾਡੀ ਮਾਤਾ ਮਰੀ ਨੂੰ 6-7 ਦਿਨ ਹੋ ਗਏ ਵੇੜੀ ਸੀਗਾ ਤੂੰ ਅੰਦਰ ਵੜ ਕੇ ਕਿਉਂ ਬਹਿ ਗਿਆ ਡੀ ਸੀਗਾ ਤੈਨੂੰ ਸਾਡਾ ਸੜਕਾਂ ਤੇ ਰੁਲਦੀਆਂ ਦਾ ਤਰਸ ਨਹੀਂ ਆਉਂਦਾ ਵੇ ਮੋਤੀਆ ਕਾਨੂੰਨ ਕਰਕੇ ਬੇ ਸਾਡਾ ਪੰਜਾਬ ਲੈ ਹਾਏ ਵੇ अकाली दल के पूर्व मंत्री और मौजूद अकाली दल डेमोक्रेटिक के नेता सेवा सिंह सेखवा ने विधानसभा की कार्रवाई पर जताई संतुष्टि। कहा कैप्टन अमरिंदर सिंह ने विधानसभा में जो फैसले लिए हैं वो सराहनीय है। जो बिल कैप्टन ने विधानसभा में पास किए हैं वो एक अच्छी पहल है। अकाली दल के पूर्व मंत्री और मौजूद अकाली दल डेमोक्रेटिक के नेता सेवा सिंह सेखवा ने विधानसभा की कार्रवाई पर जताई संतुष्टि। कहा कैप्टन अमरिंदर सिंह ने विधानसभा में जो फैसले लिए हैं वो सराहनीय है। जो बिल कैप्टन ने विधानसभा में पास किए हैं वो एक अच्छी पहल है। अब बिल तो विधानसभा में पास हो गए हैं लेकिन बिल पर गवर्नर की मुहर लगना ज़रूरी होता है और गवर्नर केंद्र सरकार के अधीन है। 2 दिन ਦੇ ਆਪਣੇ ਸੈਸ਼ਨ 'ਚ ਜਿਹੜੀ ਕਾਰਵਾਈ ਹੋਈ ਆ ਉਹਨੂੰ ਪੋਜ਼ਿਟਿਵ ਕਿਹਾ ਜਾ ਸਕਦਾ। ਇੱਕ ਤਾਂ ਪਹਿਲੀ ਗੱਲ ਵੀ ਜਿਹੜੇ ਇਹ ਤਿੰਨੇ ਕਾਨੂੰਨ ਪੰਜਾਬ 'ਚ ਨਵੇਂ ਲਾਗੂ ਹੋਏ ਸੀ ਤੇ ਉਹ ਤਿੰਨੇ ਕਾਨੂੰਨ ਜਿਹੜੇ ਨੇ ਉੱਥੇ ਰੱਦ ਕਰ ਦਿੱਤੇ ਗਏ ਆ। ਦੂਸਰੀ ਗੱਲ ਜਿਹੜੀ ਆ ਵੀ 2 ਕਾਨੂੰਨ ਸੀ ਜਿਹੜੇ ਇੱਕ ਤੇ ਜਿਹੜੇ ਕਾਨੂੰਨ ਨਾਲ MSP ਲਾਗੂ ਹੋਈ ਆ ਉਹਦੇ ਵਿੱਚ ਵੀ ਇਹਨਾਂ ਨੇ ਅਮੈਂਡਮੈਂਟ ਕਰ ਦਿੱਤੀ ਆ। ਪਹਿਲਾਂ ਇਹ ਸੀ ਕਿ MSP ਜਿੰਨਾ ਵੀ ਕਮੋਡਿਟੀ ਤੇ ਲੱਗਦੀ ਸੀ ਉਹਦੇ ਵਿੱਚ ਇਹ ਸੀ ਵੀ ਜੇ ਕੋਈ ਵਪਾਰੀ ਉਹ ਭਾਵੇਂ ਸਰਕਾਰੀ ਭਾਵੇਂ ਪ੍ਰਾਈਵੇਟ ਘੱਟ ਰੇਟ ਤੇ ਵੀ ਖਰੀਦਦਾ ਤੇ ਉਹਨੂੰ ਕੋਈ ਸਜ਼ਾ ਨਹੀਂ ਸੀ। ਲੇਕਿਨ ਅੱਜ ਇਹਨਾਂ ਨੇ ਇੱਕ ਇਹ ਵੀ ਮਤਾ ਪਾਸ ਕਰ ਦਿੱਤਾ, ਇੱਕ ਐਕਟ ਬਣਾ ਦਿੱਤਾ ਆ ਕਿ ਜਿਹੜਾ MSP ਰੇਟ ਤੋਂ ਘੱਟ ਖਰੀਦੇਗਾ ਵਪਾਰੀ ਭਾਵੇਂ ਉਹ ਸਰਕਾਰੀ ਏਜੰਸੀ ਹੋਵੇ ਤੇ ਭਾਵੇਂ ਪ੍ਰਾਈਵੇਟ ਏਜੰਸੀ ਹੋਵੇ ਉਹਨੂੰ 3 ਸਾਲ ਦੀ ਕੈਦ ਹੋਊਗੀ। ਮੈਂ ਸਮਝਦਾ ਇਹ ਇੱਕ ਅੱਛਾ ਆਪਣੇ ਫੈਸਲਾ ਆ। ਦੂਸਰਾ ਉਹਨਾਂ ਨੇ ਜਿਹੜਾ ਇੱਕ ਐਕਟ ਲਿਆਂਦਾ ਸੀ ਕੇਂਦਰ ਨੇ ਕਿ ਜੇ ਵਪਾਰੀ ਤੇ ਜਿਹੜਾ ਕਿਸਾਨ ਆ ਉਹਦੇ 'ਚ ਕੋਈ ਡਿਸਪਿਊਟ ਪੈਦਾ ਹੁੰਦਾ ਆ ਤੇ ਉਹਦੀ ਅਪੀਲ ਜਿਹੜੀ ਆ SDM ਕੋਲ ਹੋਊਗੀ ਤੇ ਫਿਰ ਉਸ SDM ਦੇ ਫੈਸਲੇ ਦੀ ਅਪੀਲ ਜਿਹੜੀ ਆ DC ਤੱਕ ਰਹੂਗੀ। ਲੇਕਿਨ ਇਹਨਾਂ ਨੇ ਉਹਦੇ ਵਿੱਚ ਵੀ ਅਮੈਂਡਮੈਂਟ ਕਰਕੇ ਇਹ ਕਹਿਤਾ ਕਿ SDM DC ਤੋਂ ਇਲਾਵਾ ਜੇ ਕਿਸਾਨ ਚਾਹਵੇ ਤੇ ਉਹ ਜੁਡੀਸ਼ਰੀ ਕੋਰਟ ਵਿੱਚ ਵੀ ਆਪਣੇ ਜਾ ਸਕਦਾ। ਇਹ ਵੀ ਕਾਨੂੰਨ ਉਹਨਾਂ ਨੇ ਅਮੈਂਡ ਕਰ ਦਿੱਤਾ। ਮੈਂ ਸਮਝਦਾ ਕਿ ਇਹ ਵਿਧਾਨ ਸਭਾ 'ਚ ਪਾਸ ਹੋਣ ਤੋਂ ਬਾਅਦ ਗਵਰਨਰ ਦੀ ਮੋਹਰ ਲੱਗਣ ਵਾਸਤੇ ਜਾਣੇ ਆ। ਮੈਨੂੰ ਉਮੀਦ ਨਹੀਂ ਵੀ ਇਹ ਐਕਟ ਬਣ ਸਕਣ ਕਿਉਂਕਿ ਜਿਹੜਾ ਗਵਰਨਰ ਆ ਉਹ ਕੇਂਦਰ ਸਰਕਾਰ ਦਾ ਨੁਮਾਇੰਦਾ ਆ।
ਜੋ ਕੁਝ ਵੀ ਉਹਨੂੰ ਰਾਸ਼ਟਰਪਤੀ ਨੇ ਕਹਿਣਾ ਹੈ ਜਾਂ ਕੇਂਦਰ ਸਰਕਾਰ ਨੇ ਕਹਿਣਾ ਉਹਨੇ ਉਹ ਕਰਨਾ, ਉਹਨੇ ਇਹਦੇ ਤੇ ਮੋਹਰ ਨਹੀਂ ਲਾਉਣੀ। ਇਸ ਕਰਕੇ ਸ਼ਾਇਦ ਇਹ ਐਕਟ ਨਾ ਬਣ ਸਕਣ। ਪਹਿਲੀ ਗੱਲ ਤੇ ਇਹ ਆ ਕਿ ਜਿਹੜਾ ਵੀ ਕੋਈ ਕਾਨੂੰਨ ਕੇਂਦਰ ਵਿੱਚ ਪਾਸ ਹੁੰਦਾ, ਇਹ ਪਹਿਲਾਂ ਵੀ ਹੋ ਚੁੱਕਾ ਵਾ। ਜਦੋਂ ਵਾਟਰ ਟਰਮੀਨੇਸ਼ਨ ਐਕਟ 2004 ਪਾਸ ਕੀਤਾ ਸੀ, ਉਸ ਵੇਲੇ ਵੀ ਕੈਪਟਨ ਦੀ ਸਰਕਾਰ ਨੇ, ਉਹ ਵੀ ਆਪਣੇ ਸੁਪਰੀਮ ਕੋਰਟ 'ਚ ਮੁੜ ਕੇ ਗਿਆ ਸੀ, ਲੇਕਿਨ ਸੁਪਰੀਮ ਕੋਰਟ ਨੇ ਫੈਸਲਾ ਦੇ ਦਿੱਤਾ ਸੀ ਕਿ ਜਿਹੜਾ ਕੇਂਦਰ ਦੀ ਸਰਕਾਰ ਜਿਹੜਾ ਵੀ ਫੈਸਲਾ ਕਰਦੀ ਆ, ਪਾਰਲੀਮੈਂਟ ਜਿਹੜਾ ਕਰਦੀ ਆ, ਉਹ ਹਾਇਰ ਅਥਾਰਟੀ ਆ ਤੇ ਅਸੈਂਬਲੀ ਜਿਹੜੀ ਆ ਉਹਦੇ 'ਚ ਕੋਈ ਅਮੈਂਡਮੈਂਟ ਨਹੀਂ ਕਰ ਸਕਦੀ। ਹੁਣ ਵੀ ਮੈਨੂੰ ਜਾਪਦਾ ਆ ਕਿ ਹੋ ਸਕਦਾ ਇਹ ਕਾਨੂੰਨੀ ਤੌਰ ਤੇ ਇਹ ਜਿਹੜੇ ਅਮੈਂਡਮੈਂਟਾਂ ਹੋਈਆਂ ਨੇ ਉਹ ਨਾ ਰਹਿ ਸਕਣ, ਪਰ ਇਹ ਜੋ ਕੁਝ ਵੀ ਹੋਇਆ ਇਹ ਮੈਂ ਸਮਝਦਾ ਕਿ ਸਰਕਾਰ ਹੋਰ ਕੁਝ ਕਰ ਵੀ ਨਹੀਂ ਸੀ ਸਕਦੀ, ਇਹੋ ਹੀ ਕੁਝ ਕਰ ਸਕਦੀ ਸੀ, ਉਹਨਾਂ ਨੇ ਕਰਕੇ ਵਿਖਾਤਾ। ਉਹਨਾਂ ਦੀ ਇਸ ਕਾਰਵਾਈ ਦੀ ਪ੍ਰਸ਼ੰਸਾ ਕਰਨੀ ਬਣਦੀ ਆ। ਇਹ ਕਿਸਾਨਾਂ ਦੇ ਸੰਘਰਸ਼ ਕਰਕੇ ਹੋਇਆ। ਜੇਕਰ ਇਹ ਕੁਝ ਅੱਜ ਹੋ ਸਕਦਾ ਤੇ ਪਹਿਲਾਂ ਵੀ ਕੀਤਾ ਜਾ ਸਕਦਾ ਸੀ, ਲੇਕਿਨ ਪਹਿਲਾਂ ਕਿਉਂ ਨਹੀਂ ਹੋਇਆ? ਕਿਉਂਕਿ ਕਿਸਾਨਾਂ ਨੇ ਕੋਈ ਸੰਘਰਸ਼ ਕੀਤਾ ਨਹੀਂ। ਮੈਂ ਸਮਝਦਾ ਕਿ ਜੋ ਕੁਝ ਅੱਜ ਪੰਜਾਬ ਅਸੈਂਬਲੀ 'ਚ ਹੋਇਆ ਉਹ ਕਿਸਾਨਾਂ ਦੇ ਦਬਾਅ ਕਰਕੇ, ਉਹਨਾਂ ਦੇ ਸੰਘਰਸ਼ ਕਰਕੇ ਉਹਨਾਂ ਨੇ ਮਜਬੂਰ ਕਰਤਾ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਵੀ, ਤੇ ਉਹ ਮਜਬੂਰ ਹੋ ਕੇ ਉਹਨਾਂ ਨੇ ਇਹ ਫੈਸਲੇ ਉਹਨਾਂ ਨੂੰ ਲੈਣੇ। आर्थिक मंदी की हालत में सब्जियां लोगों की पहुंच से दूर होती जा रही हैं। देश भर में सब्जियों के दाम आसमान छूते जा रहे हैं। पहले के मुकाबले सब्जियों के दाम दोगुने से भी ज्यादा हो गए हैं, जिस वजह से लोगों की रसोई का बजट बिगड़ रहा है और सब्जियों के दाम बढ़ने का असर हर वर्ग पर होता नजर आ रहा है। वहीं अब प्याज के दामों में भी आग लग रही है। मंडी में भी प्याज का दाम 60 रुपए प्रति किलो हो गया है। हेमंत कुमार सब्जी में देखो हर चीज़ महंगी होगी। प्याज ने तो एकदम ही मतलब महंगाई कर दी। गरीब आदमी कहाँ से खरीदेगा? इतनी महंगाई हो रही है। सरकार को चाहिए भी इस तरफ ध्यान दे और सभी चीज़ों पे मतलब कंट्रोल पाए। सभी चीज़ों के रेटों पे, जैसे प्याज, और ये तो रोज़मर्रा की चीज़ है, इसका रेट तो कम से कम होना चाहिए। जब से लेके इतने टाइम से प्याज का ही नहीं रेट कम हो पा रहा। बाकी काम करते हैं। सर मेरा नाम इमरान है और मैं सब्जी मंडी में आलू प्याज का काम करता हूँ। रेट तो सर इस टाइम पे सब्जियों के रेट आसमान को छू रहे हैं और ग्राहक मतलब घर से थाला लेके आते हैं और खाली वापस जाते हैं। बस इतना प्रॉब्लम आ रहा है सबको। दोनों ही परेशान है, दुकानदार भी परेशान है और ग्राहक भी परेशान है। ग्राहक के लिए महंगाई बहुत ज़्यादा और दुकानदार का बिकता कुछ नहीं है। प्याज सर पिछले अपना एक हफ्ते के अंदर मतलब एकदम से इस तरह से जंप किया है कि ग्राहक को रेट बताते हुए डर लगता है हमें भी, इतना महंगा हो गया। बिंद्रा आड़त का काम है, दुकान सब्जी मंडी में। और प्याज की जो तेज़ी है वो नई फसल लेट होने के कारण, जो नई फसल अलवर वगैरह की आती थी वो लगभग 20 दिन महीना एक दिन लेट हो गई है, जिसकी वजह से इसमें तेज़ी आई है। और 15-20 दिन में कम होने का, जब तक नई फसल नहीं आती तब तक यही है। कितनी से कम 15-20 रुपए किलो का एकदम से आप हुआ है। आज क्या रेट है जी प्याज? आज 55 से 60 रुपए किलो प्याज थोक में बिक रहा है। पुष्पा राणा। बहुत महंगा है, नहीं खा सकते लोग, गरीब लोग ने। चलो नौकरियों वाले तो खा लेंगे, जो दिहाड़ी मजदूरी करते हैं वो कहाँ से खाएंगे। 300 के 5 किलो, टमाटर 50 रुपए किलो। सस्ता करना है और क्या कहना चाहिए। यमुनानगर पुलिस लाइन में मनाया गया पुलिस स्मृति दिवस। शहीद पुलिस कर्मियों के सर्वोच्च बलिदान को याद करते हेतु देश में पुलिस स्मृति दिवस मनाया जाता है। आज देश में पुलिस स्मृति दिवस मनाया जा रहा है। इस देश पर अपने प्राण न्यौछावर करने वाले सभी पुलिसकर्मियों को आज याद किया गया। यमुनानगर के एसपी कमलदीप गोयल ने बताया कि देश भर के कई पुलिस जवानों ने शहादत दी है, हम उनको नमन करते हैं। आज उन्हीं की याद में पुलिस स्मृति दिवस मनाया जा रहा है।
साथ ही देश भर में आज फ्लैग डे भी मनाया जा रहा है। देखिए 21 अक्टूबर 1959 में हमारे सीआरपीएफ के 10 जवान तिब्बत की जो फोर्सेज, चीन की जो फोर्सेज हैं, उनसे लोहा लेते हुए लद्दाख में हॉट स्प्रिंग के पास शहीद हुए थे। तो उस दिन के बाद से 21 अक्टूबर को हर वर्ष हम पुलिस कमेमोरेशन डे, पुलिस शहीदी दिवस के रूप में मनाते हैं। इस दिन हम पुलिस के और पैरामिलिट्री फोर्सेस के जितने भी जवान हैं जो गलत शक्तियों से लोहा लेते हुए जिन्होंने अपने प्राणों की आहुति दी है, उनको हम याद करते हैं, उनको अपने श्रद्धा सुमन अर्पित करते हैं। तो उसी कड़ी में आज का ये 2020 का पुलिस का कमेमोरेशन डे का प्रोग्राम यहाँ पुलिस लाइन यमुनानगर में किया गया है। पिछले वर्ष मतलब पिछले एक साल के अंतराल में 264 पुलिस के और पैरामिलिट्री के जवान शहीद हुए हैं। तो आज मैंने उन सब शहीदों के नाम पढ़े और उनको हमने अपने श्रद्धा सुमन, मैंने और मेरे जो साथी पुलिस कर्मचारी हैं उन्होंने अपने श्रद्धा सुमन अर्पित किए हैं। हरियाणा पुलिस के भी 2 जवान गलत शक्तियों से लोहा लेते हुए इस वर्ष शहीद हुए हैं, तो उनका भी नाम लिया गया, उनको भी हमने अपने श्रद्धा सुमन अर्पित किए। मैं आपको बता दूं कि अगले 10 दिन तक कोई ना कोई कार्यक्रम हम ज़िले में आयोजित करेंगे, जिसमें हम अपने पुलिस के जो शहीद हैं इस ज़िले के, उनको याद करेंगे। यमुनानगर ज़िले के कुल मिला के 7 पुलिस के जवान हैं जो यहाँ के रहने वाले हैं, जिन्होंने अपने प्राणों की आहुति समाज की सुरक्षा के लिए दी, गलत शक्तियों से जूझते हुए, उनसे लोहा लेते हुए। तो इस अगले 10 दिनों में उन सभी पुलिसकर्मियों के घर में स्वयं जाऊंगा और जहाँ भी उस गांव की पंचायत की मदद से या जहाँ जिन स्कूलों में उन्होंने शिक्षा प्राप्त की उन गाँव के, तो वहाँ पे हम गांव के लोगों को इकट्ठा करके उनके परिवार के लोगों को सम्मानित करेंगे। तो इस तरह का हमारा कार्यक्रम इसमें जो वीर पुलिसकर्मी जिन्होंने शौर्य का परिचय देते हुए वीर गति को प्राप्त हुई, उनको याद करते हुए उनकी स्मृति में ये दिवस मनाया जाता है। और आज उसी के तहत यमुनानगर में भी फ्लैग डे, जो पुलिस फ्लैग डे है, उसमें फ्लैग लगाया गया है। तो मैं अपनी तरफ से सभी पुलिसकर्मियों को इस दिन की शुभकामनाएं। खबरों का सिलसिला जारी रहेगा, आप हमारे साथ जुड़े रहिए और देखते रहिए उदय न्यूज़ लाइव। नमस्कार।